ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ 9ਵੇਂ ਦੇ 5ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ 9ਵਾਂ। ਸਾਧੋ ਗੋਬਿੰਦ ਕੇ ਗੁਣ ਗਾਵਿਓ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵਿਓ ਰਹਾਓ। ਸਾਧੋ ਗੋਬਿੰਦ ਕੇ ਗੁਣ ਗਾਵਿਓ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵਿਓ ਰਹਾਓ। ਪਤਿਤ ਪਨੀਤ ਦੀਨ ਬੰਦ ਹਰ, ਸਰਨ ਤਾਏ ਤੁਮ ਆਵਿਓ। ਪਤਿਤ ਪਨੀਤ ਦੀਨ ਬੰਦ ਹਰ, ਸਰਨ ਤਾਏ ਤੁਮ ਆਵਿਓ। ਗਜ ਕੋ ਤਰਾਸ ਮਿਟਿਓ ਜੈ ਸਿਮਰਤ, ਤੁਮ ਕਾਹੇ ਬਿਸਰਾਵਿਓ। ਗਜ ਕੋ ਤਰਾਸ ਮਿਟਿਓ ਜੈ ਸਿਮਰਤ, ਤੁਮ ਕਾਹੇ ਬਿਸਰਾਵਿਓ। ਤਜ ਅਭਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵਿਓ। ਤਜ ਅਭਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵਿਓ। ਨਾਨਕ ਕਹਿਤ ਮੁਕਤ ਪੰਥ ਏ, ਗੁਰਮੁਖ ਹੋਏ ਤੁਮ ਪਾਵਿਓ। ਨਾਨਕ ਕਹਿਤ ਮੁਕਤ ਪੰਥ ਏ, ਗੁਰਮਤਿ ਹੋਏ ਤੁਮ ਪਾਵਿਓ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਇਹ ਸਾਧੂ ਰੂਪ ਜੀਵ ਮਨੁੱਖ, ਤੁਸੀਂ ਸਾਨੂੰ ਹਮੇਸ਼ਾ ਉਸ ਗੋਬਿੰਦ ਰੂਪ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣ ਗਾਉਣੇ ਚਾਹੀਦੇ ਹਨ। ਭਾਵ ਸਾਨੂੰ ਉਸ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜਨਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਪਰਮੇਸ਼ਰ ਨੇ ਇਹ ਮਨੁੱਖਾ ਅਮੋਲਕ ਜਨਮ ਦਿੱਤਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਇਸ ਲਈ ਇਸ ਨੂੰ ਕਿਸ ਵਾਸਤੇ ਅਸੀਂ ਵਿਅਰਥ ਵਿੱਚ ਗਵਾ ਰਹੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੀਵ ਰੂਪ ਸਾਧੂ ਜਨੋ, ਪਰਮੇਸ਼ਰ ਹਰੀ ਦਾ ਭਾਵ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਨੂੰ ਅਪਣਾਇਆ, ਉਸ ਨਾਲ ਸਾਡੇ ਹਰ ਤਰ੍ਹਾਂ ਦੇ ਡਰ ਚਲੇ ਜਾਣਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਪਰਮੇਸ਼ਰ ਹਰੀ ਦੀਨਾਂ ਦਾ ਅਤੇ ਧਰਮ ਦੇ ਰਸਤੇ ਤੋਂ ਡਿੱਗਿਆਂ ਦਾ ਭਾਵ ਧਰਮ ਦੇ ਰਸਤੇ ਤੋਂ ਭੁੱਲਿਆਂ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਜੀਵ, ਤੁਸੀਂ ਉਸ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸ਼ਰਨ ਵਿੱਚ ਆਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਪਰਮੇਸ਼ਰ ਹਰੀ ਨੂੰ ਸਿਮਰਦਿਆਂ ਬੰਧੂ ਭਾਵ ਹਾਥੀ ਦਾ ਡਰ ਦੂਰ ਹੋ ਗਿਆ ਸੀ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਹਾਥੀ ਦਾ ਡਰ ਤੱਕ ਕਿ ਹਰ ਤਰ੍ਹਾਂ ਦੇ ਡਰ ਭੈ ਦੂਰ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਨੂੰ ਸਿਮਰਦਿਆਂ ਸਾਰੇ ਡਰ ਦੂਰ ਹੋ ਜਾਂਦੇ ਹਨ ਜੀ, ਉਸ ਨੂੰ ਕਿਉਂ ਵਿਸਾਰੀਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਤੁਸੀਂ ਆਪਣਾ ਹੰਕਾਰ ਅਤੇ ਮਾਇਆਵੀ ਵਿਕਾਰਾਂ ਦਾ ਮੋਹ ਛੱਡ ਕੇ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਭਜਨ ਵਿੱਚ ਆਪਣਾ ਚਿੱਤ ਭਾਵ ਹਿਰਦੇ ਨੂੰ ਲਾਓ ਜੀ, ਟਿਕਾਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਾਇਆਵੀ ਵਿਕਾਰਾਂ ਨੂੰ ਕਾਬੂ ਕਰਨ ਦਾ ਇਹ ਹੀ ਸਹੀ ਰਸਤਾ ਹੈ ਜੀ, ਜਿਸ ਦੁਆਰਾ ਅਸੀਂ ਆਪਣੇ ਮੂਲ ਨੂੰ ਪਛਾਣ ਲੈਂਦੇ ਹਾਂ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਇਹ
ਪ੍ਰਾਪਤ ਹੋ ਸਕਦਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਅਸੀਂ ਵਿਕਾਰਾਂ ਤੇ ਮੋਹ ਮਾਇਆ ਨੂੰ ਕਾਬੂ ਵਿੱਚ ਪਾ ਕੇ ਤੇ ਤਾਂ ਹੀ ਅਸੀਂ ਆਪਣੇ ਮੂਲ ਨੂੰ ਪਛਾਣ ਸਕਦੇ ਹਾਂ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਮੁਕਤ ਪੰਥ ਦੀ ਪ੍ਰਾਪਤੀ ਬਾਰੇ ਅਤੇ ਮਾਇਆਵੀ ਵਿਕਾਰਾਂ ਦਾ ਮੋਹ ਅਤੇ ਹੰਕਾਰ ਉਸ ਨੂੰ ਤਿਆਗਣਾ ਦੱਸਿਆ ਹੈ ਜੀ। ਗੁਰੂ ਜੀ ਕਹਿੰਦੇ ਹਨ, ਜਿਸ ਪਰਮੇਸ਼ਰ ਨੇ ਇਹ ਸਾਨੂੰ ਮਨੁੱਖਾ ਜਨਮ ਅਮੋਲਕਤਾ ਨੂੰ, ਭਾਵ ਮਨੁੱਖਾ ਜਨਮ ਕਿਤਨਾ ਅਮੋਲ ਹੈ, ਉਸ ਨੂੰ ਮੁੱਖ ਰੱਖਦੇ ਹੋਏ ਪਰਮੇਸ਼ਰ ਰੂਪ ਗੋਬਿੰਦ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਅਪਣਾਉਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ, ਜਿਸ ਪਰਮੇਸ਼ਰ ਰੂਪ ਗੋਬਿੰਦ ਨੇ ਸਾਨੂੰ ਇਹ ਅਨਮੋਲ ਮਨੁੱਖਾ ਜੀਵਨ ਦੀ ਦਾਤ ਦਿੱਤੀ ਹੈ ਜੀ, ਉਸ ਪਰਮੇਸ਼ਰ ਨੂੰ ਅਸੀਂ ਆਪਣੇ ਹਿਰਦੇ ਚੋਂ, ਆਪਣੇ ਜ਼ਿੰਦਗੀ ਜੀਵਨ ਚੋਂ ਕਿਉਂ ਵਿਸਾਰੀਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਗੋਬਿੰਦ ਦੇ ਗੁਣ ਗਾਉਣ ਨੂੰ ਨਾਲ ਸਾਡੇ ਸਾਰੇ ਤਰ੍ਹਾਂ ਦੇ ਡਰ, ਹਾਥੀ ਦਾ ਉਦਾਹਰਨ ਉਹਨਾਂ ਨੇ ਦਿੱਤਾ ਹੈ ਜੀ ਕਿ ਹਾਥੀ ਆਕਾਰ 'ਚ ਬੜਾ ਵੱਡਾ ਹੁੰਦਾ ਹੈ ਅਤੇ ਸਾਡੇ ਡਰ ਵੀ ਉਸੇ ਤਰ੍ਹਾਂ ਹੀ ਹਨ ਜੀ। ਬੜੇ ਤਰ੍ਹਾਂ ਦੇ ਡਰ ਸਾਡੇ ਅੰਦਰ ਹਨ ਜੀ। ਗੁਰੂ ਜੀ ਕਹਿੰਦੇ ਹਨ, ਹਰ ਤਰ੍ਹਾਂ ਦੇ ਡਰ, ਹੰਕਾਰ ਅਤੇ ਮਾਇਆਵੀ ਵਿਕਾਰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਕਾਬੂ ਵਿੱਚ ਆ ਜਾਣਗੇ ਜੀ ਅਤੇ ਸਾਨੂੰ ਆਪਣੇ ਅਮੋਲਕ ਮਨੁੱਖਾ ਜੀਵਨ ਦੀ ਦਾਤ ਦੀ ਸੋਝੀ ਹੋ ਜਾਏਗੀ ਜੀ, ਜੋ ਸਾਨੂੰ ਪਰਮੇਸ਼ਰ ਨੇ ਇਹ ਦਾਤ ਬਖਸ਼ੀ ਹੈ ਜੀ ਅਤੇ ਮੌਕਾ ਬਖਸ਼ਿਆ ਹੈ ਜੀ ਕਿ ਅਸੀਂ ਇਸ ਮਨੁੱਖਾ ਜੀਵਨ ਵਿੱਚ ਉਸ ਪਰਮੇਸ਼ਰ ਨਾਲ ਲਿਵ ਲਗਾਉਣੀ ਹੈ ਜੀ ਅਤੇ ਆਪਣੇ ਆਪ ਨੂੰ ਪਛਾਣ ਕੇ ਤਾਂ ਹੀ ਫਿਰ ਅਸੀਂ ਪਰਮੇਸ਼ਰ ਨਾਲ ਲਿਵ ਲਗਾ ਸਕਦੇ ਹਾਂ ਜੀ। ਸੋ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਹਰ ਤਰ੍ਹਾਂ ਦੇ ਡਰ, ਦੁਨਿਆਵੀ ਡਰ, ਮਾਇਆਵੀ ਵਿਕਾਰ, ਹੰਕਾਰ ਛੱਡ ਕੇ ਅਤੇ ਉਸ ਅਸਲ ਸੱਚ ਅਤੇ ਆਪਣੇ ਮੂਲ ਨਾਲ ਜੁੜਨਾ ਹੈ ਜੀ। ਉਹ ਕਿਸ ਤਰ੍ਹਾਂ ਜੁੜਨਾ ਹੈ ਜੀ? ਗੁਰੂ ਜੀ ਦੱਸਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਅਸੀਂ ਉਸ ਨੂੰ ਆਪਣੇ ਹਿਰਦੇ ਵਿੱਚ, ਚਿੱਤ ਵਿੱਚ ਵਸਾ ਕੇ, ਮਨ ਵਿੱਚ ਵਸਾ ਕੇ ਅਤੇ ਉਸ ਨਾਲ ਅਸੀਂ ਜੁੜ ਸਕਦੇ ਹਾਂ ਜੀ। ਤਾਂ ਹੀ ਅਸੀਂ ਇਹ ਸਾਡਾ ਮਨੁੱਖਾ ਜੀਵਨ, ਅਮੋਲਕ ਜੀਵਨ ਸਫਲ ਹੋਏਗਾ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀ ਪੰਕਤੀ 'ਚ ਗੁਰੂ ਜੀ ਦੱਸਦੇ ਹਨ, ਤਜ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵਿਓ। ਤਜ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵਿਓ। ਨਾਨਕ ਕਹਿਤ ਮੁਕਤ ਪੰਥ ਏ ਗੁਰਮਤ ਹੋਏ ਤੁਮ ਪਾਵਿਓ। ਨਾਨਕ ਕਹਿਤ ਮੁਕਤ ਪੰਥ ਏ ਗੁਰਮੁਖ ਹੋਏ ਤੁਮ ਪਾਵਿਓ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।